हाँ जी, तो अपना नैक्सट टॉपिक हैगा कंसनट्रेशन जो मैथड सीगा उहदा 5th पॉइंट लीचिंग। ठीक है, लीचिंग की हुंदी है? लीचिंग एक कैमिकल मैथड हैगा कंसनट्रेशन का। ठीक है, ये उदों यूज़ किया जाता है जदों अपने कोले और की होएगा सॉलेबल होएगा किहदे विच सॉल्वेंट दे विच। इट इज़ यूजफुल वैन ओर इज़ सॉलेबल इन सूटेबल सॉल्वेंट। ਤਾਂ ਲੀਚਿੰਗ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਜੋ ਓਰ ਹੈ ਉਹ ਪਾਊਡਰਡ ਫੋਰਮ ਵਿੱਚ ਹੋਊਗਾ। ਠੀਕ ਹੈ, ਔਰ ਜੋ ਰੇਜ਼ੈਂਟ ਹੈ ਆਪਣੇ ਕੋਲੇ, ਠੀਕ ਹੈ, ਉਹ ਦੋਨਾਂ ਨੂੰ ਮਿਕਸ ਕਰਾਂਗੇ ਤਾਂ ਆਪਣੇ ਕੋਲੇ ਲੀਚਿੰਗ ਪ੍ਰੋਡਿਊਸ ਹੋਏਗੀ, ਲੀਚਿੰਗ ਪ੍ਰੋਸੈਸ। ਤਾਂ ਦੇਖੋ ਇਹ ਜਦੋਂ ਆਪਾਂ ਪਾਊਡਰ ਓਰ ਦੇ ਵਿੱਚ ਰੇਜ਼ੈਂਟ ਐਡ ਕਰਦੇ ਹਾਂ, ਠੀਕ ਹੈ, ਤਾਂ ਉਹਦੇ ਵਿੱਚ ਜੋ ਓਰ ਹੋਏਗਾ ਉਹ ਤਾਂ ਹੋ ਜਾਊਗਾ ਸੋਲੇਬਲ। ਠੀਕ ਹੈ, ਉਸ ਰੇਜ਼ੈਂਟ ਦੇ ਵਿੱਚ। ਪਰ ਜਿਹੜੀਆਂ ਹੋਣਗੀਆਂ ਇੰਪਿਓਰਿਟੀਜ਼ ਉਹ ਕੀ ਹੋਣਗੀਆਂ? ਨੋਟ ਸੋਲੇਬਲ ਹੋਣਗੀਆਂ। ਠੀਕ ਹੈ, ਉਹ ਸੋਲੇਬਲ ਨਹੀਂ ਹੋਣਗੀਆਂ ਕਿਹਦੇ ਵਿੱਚ? ਰੇਜੈਂਟ ਦੇ ਵਿੱਚ। ਤਾਂ ਇਹ ਇੰਪਿਓਰਿਟੀਜ਼ ਆਪਾਂ ਕੀ ਹੈ ਰਿਮੂਵ ਕਰ ਸਕਦੇ ਹਾਂ। ਠੀਕ ਹੈ, ਰਿਮੂਵ ਕਿਹੜੇ ਪ੍ਰੋਸੈਸ ਨਾਲ ਕਰ ਸਕਦੇ ਹਾਂ? ਫਿਲਟਰੇਸ਼ਨ ਦੁਆਰਾ। ਓਕੇ, ਤਾਂ ਜੋ ਲੀਚਿੰਗ ਹੈ ਉਹ ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ? ਐਲੂਮੀਨੀਅਮ ਲਈ, ਗੋਲਡ ਲਈ, ਸਿਲਵਰ ਵਗੈਰਾ ਦੇ ਲਈ। ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਆਪਾਂ ਲੀਚਿੰਗ ਕਰਨੀ ਹੈ ਓਰ ਆਫ ਐਲੂਮੀਨੀਅਮ ਦੀ। ਠੀਕ ਹੈ, ਤਾਂ ਐਲੂਮੀਨੀਅਮ ਦਾ ਓਰ ਆਪਾਂ ਲਵਾਂਗੇ ਬੌਕਸਾਈਟ। ਬੌਕਸਾਈਟ ਆਪਾਂ ਨੂੰ ਕੀ ਹੈ? ਕੰਸਨਟ੍ਰੇਟਡ ਚਾਹੀਦਾ। ਠੀਕ ਹੈ, ਮਤਲਬ ਪਿਓਰ ਫੋਮ ਵਿੱਚ ਚਾਹੀਦਾ। ਤਾਂ ਪਿਓਰ ਫੋਮ ਦੇ ਵਿੱਚ ਆਪਾਂ ਨੂੰ ਐਲੂਮੀਨੀਅਮ ਦਾ ਓਰ ਚਾਹੀਦਾ, ਉਹਨੂੰ ਆਪਾਂ ਐਲੂਮੀਨਾ ਵੀ ਬੋਲ ਸਕਦੇ ਹਾਂ। ਠੀਕ ਹੈ, ਔਰ ਇਸ ਪ੍ਰੋਸੈਸ ਨੂੰ ਕਿ ਬੌਕਸਾਈਟ ਤੋਂ ਆਪਾਂ ਨੂੰ ਪਿਓਰ ਐਲੂਮੀਨਾ ਚਾਹੀਦਾ ਹੈ, ਤਾਂ ਇਸ ਪ੍ਰੋਸੈਸ ਨੂੰ ਕੀ ਬੋਲਾਂਗੇ? ਬੇਅਰਜ਼ ਪ੍ਰੋਸੈਸ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਬੌਕਸਾਈਟ ਲਵਾਂਗੇ। ਬੌਕਸਾਈਟ ਦਾ ਕੈਮੀਕਲ ਫਾਰਮੂਲਾ ਹੁੰਦਾ ਹੈ Al2O3 ਨਾਲ 2 ਮੋਲ ਆਫ ਵਾਟਰ। ਇਹ ਆਪਾਂ ਲੈਣਾ ਸੋਲਿਡ ਫੇਜ਼ ਦੇ ਵਿੱਚ। ਠੀਕ ਹੈ, ਅਤੇ ਨਾਲ ਆਪਾਂ ਕੀ ਲਵਾਂਗੇ? 2NaOH ਸੋਡੀਅਮ ਹਾਈਡਰੋਕਸਾਈਡ। ਨਾਲ ਆਪਾਂ ਵਾਟਰ ਜੋ ਹੈ ਐਡ ਕਰ ਦਾਂਗੇ। ਠੀਕ ਹੈ, ਕੰਡੀਸ਼ਨ ਕੀ ਹੋਣੀ ਚਾਹੀਦੀ ਹੈ ਕਿ ਆਪਣੇ ਕੋਲ ਜੋ ਟੈਂਪਰੇਚਰ ਹੈ ਉਹ ਕਿੰਨਾ ਹੋਣਾ ਚਾਹੀਦਾ ਹੈ? 473 to 523 ਕੈਲਵਿਨ ਦੇ ਵਿੱਚ ਹੋਏ, ਔਰ ਪ੍ਰੈਸ਼ਰ ਆਪਣੇ ਕੋਲ ਹੋਣਾ ਚਾਹੀਦਾ ਹੈ 35 to 36 ਬਾਰ। ਠੀਕ ਹੈ, ਤਾਂ ਇਹ ਆਪਾਂ ਨੂੰ ਕੀ ਦੇਵੇਗਾ? ਮੈਟਾ ਐਲੂਮੀਨੇਟ ਦੇਵੇਗਾ, ਸੋਡੀਅਮ ਮੈਟਾ ਐਲੂਮੀਨੇਟ, ਮਤਲਬ 2NaAlOH4। ਫਿਰ ਇਹ ਜੋ ਸੋਡੀਅਮ ਮੈਟਾ ਐਲੂਮੀਨੇਟ ਹੈ ਇਹਨੂੰ ਆਪਾਂ ਕਾਰਬਨ ਡਾਈਆਕਸਾਈਡ ਦੇ ਨਾਲ ਕੀ ਕਰਵਾਵਾਂਗੇ? ਰਿਐਕਟ ਕਰਵਾ ਦਾਂਗੇ। ਤਾਂ ਇਹ ਆਪਾਂ ਨੂੰ ਕੀ ਦੇ ਦੇਗਾ? Al2O3 ਨਾਲ ਵਾਟਰ। ਠੀਕ ਹੈ, ਮਤਲਬ ਐਲੂਮੀਨੀਅਮ ਹਾਈਡਰੇਟ, ਐਲੂਮੀਨਾ ਹਾਈਡਰੇਟ ਦੇ ਦੇਗਾ। ਪਲੱਸ ਨਾਲ ਆਪਣੇ ਕੋਲ 2NaHCO3 ਆ ਜਾਏਗਾ। ਫਿਰ ਇਹ ਜੋ ਆਪਣੇ ਕੋਲ Al2O3 ਨਾਲ x ਮੋਲ ਆਫ ਵਾਟਰ ਆਇਆ, ਇਹ ਕੀ ਕਰੇਗਾ? 1473 ਕੈਲਵਿਨ ਟੈਂਪਰੇਚਰ 'ਤੇ ਹੀਟ ਕਰਕੇ ਆਪਾਂ ਨੂੰ ਐਲੂਮੀਨਾ ਦੇ ਦੇਗਾ, ਨਾਲ ਕੀ ਮਿਲ ਜੂਗਾ? x ਮੋਲ ਆਫ ਵਾਟਰ। ਜੋ ਐਲੂਮੀਨਾ ਹੋਏਗਾ ਪਿਓਰ ਫੋਰਮ 'ਚ ਹੋਏਗਾ। ਪਿਓਰ ਫੋਰਮ ਦੇ ਵਿੱਚ ਜੋ ਹੋਏਗਾ ਐਲੂਮੀਨਾ ਉਹ ਸੋਲਿਡ ਫੋਰਮ 'ਚ ਹੋਏਗਾ, ਸੋਲਿਡ ਫੇਜ਼ ਦੇ ਵਿੱਚ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣਾ ਹੁਣ ਕੀ ਹੈ? ਕੰਸਨਟ੍ਰੇਸ਼ਨ ਜੋ ਮੈਥਡ ਹੈ ਫਿਨਿਸ਼ ਹੋ ਗਿਆ। ਸੈਕਿੰਡ ਮੈਥਡ ਆਪਣੇ ਕੋਲ ਹੈ ਐਕਸਟ੍ਰੈਕਸ਼ਨ ਆਫ ਕਰੂਡ ਮੈਟਲਸ। ਠੀਕ ਹੈ, ਤਾਂ ਕਰੂਡ ਮੈਟਲਸ ਆਪਣੇ ਕੋਲ ਕੀ ਹੁੰਦੀਆਂ ਨੇ? ਜਿਹੜੀਆਂ ਮੈਟਲਸ ਐਕਸਟਰੈਕਟ ਕੀਤੀਆਂ ਜਾਂਦੀਆਂ ਨੇ ਓਰ ਤੋਂ, ਪਰ ਉਹ ਪੂਰੀ ਤਰ੍ਹਾਂ ਪਿਓਰ ਨਹੀਂ ਹੁੰਦੀਆਂ। ਠੀਕ ਹੈ, ਉਹਨਾਂ ਨੂੰ ਕੀ ਬੋਲਦੇ ਆ? ਕਰੂਡ ਮੈਟਲਸ ਹੁੰਦੀਆਂ ਉਹ। ਔਰ ਪਾਊਡਰਡ ਫੋਰਮ 'ਚ ਜਿਹੜੇ ਓਰ ਹੁੰਦੇ ਆ ਉਹ ਕੀ ਹੁੰਦੇ ਆ? ਪਿਓਰ ਹੁੰਦੇ ਨੇ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਾਂਗੇ? ਐਕਸਟ੍ਰੈਕਸ਼ਨ ਆਫ ਕਰੂਡ ਮੈਟਲਸ ਫਰੋਮ ਕੰਸਨਟ੍ਰੇਟਡ ਓਰਸ। ਤਾਂ ਇਹਦੇ ਦੋ ਮੈਥਡ ਹੈ, ਇੱਕ ਆਪਣੇ ਕੋਲ ਆਕਸੀਡੇਸ਼ਨ ਹੈ, ਇੱਕ ਆਪਣੇ ਕੋਲ ਰਿਡਕਸ਼ਨ ਹੈ। ਸਭ ਤੋਂ ਪਹਿਲਾਂ ਆਪਾਂ ਆਕਸੀਡੇਸ਼ਨ ਕਰਾਂਗੇ, ਉਹਦੇ ਵਿੱਚ ਕੀ ਕਰਾਂਗੇ? ਕੈਲਸੀਨੇਸ਼ਨ ਐਂਡ ਰੋਸਟਿੰਗ ਕਰਾਂਗੇ। ਠੀਕ ਹੈ, ਤਾਂ ਆਕਸੀਡੇਸ਼ਨ ਦਾ ਦੂਸਰਾ ਨਾਮ ਹੈਗਾ ਡੀ ਇਲੈਕਟ੍ਰੋਨੇਸ਼ਨ ਆਫ ਓਰਸ। ਠੀਕ ਹੈ, ਇਹਨੂੰ ਆਕਸੀਡੇਸ਼ਨ ਕਹਿ ਲਓ ਜਾਂ ਡੀ ਇਲੈਕਟ੍ਰੋਨੇਸ਼ਨ ਕਹਿ ਲਓ, ਸੇਮ ਗੱਲ ਹੈ। ਇਹਦੇ ਵਿੱਚ ਆਪਾਂ ਕੀ ਕਰਨਾ ਹੈ? ਓਰ ਤੋਂ ਮੈਟਲ ਆਕਸਾਈਡ ਵੱਲ ਜਾਣਾ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਕੀ ਹੈਗਾ? ਕੈਲਸ਼ੀਅਮ ਹੈ। ਠੀਕ ਹੈ, ਕੈਲਸ਼ੀਅਮ ਦਾ ਓਰ ਦਿੱਤਾ ਹੋਇਆ, ਉਹਦੇ ਤੋਂ ਆਪਾਂ ਕੀ ਮੈਟਲ ਆਕਸਾਈਡ ਬਣਾਉਣਾ ਹੈ। ਦੈਟ ਮੀਨਸ ਕੈਲਸ਼ੀਅਮ ਦੇ ਨਾਲ ਆਕਸੀਜਨ ਲਗਾ ਦੇਣਾ। ਠੀਕ ਹੈ, ਉਹਨੂੰ ਕੀ ਬੋਲਦੇ ਨੇ?
ਮੈਟਲ ਆਕਸਾਈਡ, ਆਕਸਾਈਡ ਦਾ ਮਤਲਬ ਜਿਹਦੇ ਨਾਲ ਆਕਸੀਜਨ ਲੱਗਿਆ ਹੋਏ। ਤਾਂ ਪਹਿਲਾ ਪ੍ਰੋਸੈਸ ਆਪਾਂ ਕਰਾਂਗੇ ਕੈਲਸੀਨੇਸ਼ਨ, ਫਿਰ ਕਰਾਂਗੇ ਰੋਸਟਿੰਗ। ਤਾਂ ਕੈਲਸੀਨੇਸ਼ਨ ਕੀ ਹੁੰਦੀ ਹੈ? ਜਦੋਂ ਆਪਾਂ ਉਹ ਵਾਲਾ ਪ੍ਰੋਸੈਸ ਜਿਹਦੇ ਵਿੱਚ ਔਰ ਤੋਂ ਮੈਟਲ ਵੱਲ ਜਾਇਆ ਜਾਂਦਾ ਹੈ ਬਾਈ ਹੀਟਿੰਗ ਇਟ ਸਟਰੋਂਗਲੀ ਬਿਲੋ ਇਟਸ ਮੈਲਟਿੰਗ ਪੁਆਇੰਟ ਆਈਦਰ ਇਨ ਦੀ ਐਬਸੈਂਸ ਔਰ ਲਿਮਿਟਡ ਸਪਲਾਈ ਆਫ ਏਅਰ। ਤਾਂ ਕੀ ਕਹਿਣ ਦਾ ਮਤਲਬ ਹੈ, ਜਾਣਾ ਤਾਂ ਆਪਾਂ ਔਰ ਤੋਂ ਮੈਟਲ ਆਕਸਾਈਡ ਵਾਲੀ ਹੈ, ਪਰ ਹੁੰਦਾ ਕੀ ਇਹਦੇ ਵਿੱਚ ਜਿਹੜੀ ਏਅਰ ਹੈ ਉਹ ਬਹੁਤ ਘੱਟ ਹੋਣੀ ਚਾਹੀਦੀ ਹੈ, ਲਿਮਿਟਡ ਅਮਾਊਂਟ ਵਿੱਚ ਹੋਣੀ ਚਾਹੀਦੀ ਹੈ, ਜਾਂ ਫਿਰ ਕੀ ਹੋਵੇ ਬਿਲਕੁਲ ਹੀ ਐਬਸੈਂਟ ਹੋਏ। ਠੀਕ ਹੈ, ਔਰ ਇਹਦਾ ਜੋ ਮੈਲਟਿੰਗ ਪੁਆਇੰਟ ਹੈ ਉਸ ਤੋਂ ਘੱਟ ਹੋਣਾ ਚਾਹੀਦਾ। ਠੀਕ ਹੈ, ਮਤਲਬ ਘੱਟ ਮੈਲਟਿੰਗ ਪੁਆਇੰਟ 'ਤੇ ਹੀ ਇਹ ਔਰ ਤੋਂ ਮੈਟਲ ਆਕਸਾਈਡ ਵੱਲ ਜਾਂਦਾ ਹੈ। ਤਾਂ ਐਗਜ਼ਾਮਪਲ ਆਪਣੇ ਕੋਲ ਹੈਗੀ ਹੈ CaCO3 ਕੈਲਸ਼ੀਅਮ ਕਾਰਬੋਨੇਟ ਨੂੰ ਹੀਟ ਕਰਾਂਗੇ ਤਾਂ ਆਪਣੇ ਕੋਲ ਕੀ ਬਣੇਗਾ? ਕੈਲਸ਼ੀਅਮ ਆਕਸਾਈਡ ਪਲੱਸ CO2 ਨਾਲ ਐਰੋ ਦਿੱਤੀ ਹੈ। ਇਸ ਐਰੋ ਦਾ ਮਤਲਬ ਕੀ ਹੈਗਾ? ਕਾਰਬਨ ਡਾਈਆਕਸਾਈਡ ਜੋ ਹੈ ਬਾਹਰ ਉੱਡ ਜਾਊਗੀ। ਠੀਕ ਹੈ, ਤਾਂ ਸੇਮ ਹੀ ਆਪਣੇ ਕੋਲ ਹੈ ZnCO3 ਨੂੰ ਹੀਟ ਕਰਾਂਗੇ ਤਾਂ ਜ਼ਿੰਕ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ ਮਿਲੂਗੀ। ਉਸ ਤੋਂ ਬਾਅਦ ਆਪਣੇ ਕੋਲ ਹੈ ਕੈਲਸ਼ੀਅਮ ਆਕਸਾਈਡ ਨਾਲ ਕੀ ਦਿੱਤਾ ਹੋਇਆ? ਕੈਲਸ਼ੀਅਮ ਕਾਰਬੋਨੇਟ ਅਤੇ ਮੈਗਨੀਸ਼ੀਅਮ ਕਾਰਬੋਨੇਟ ਨੂੰ ਹੀਟ ਕਰਾਂਗੇ ਤਾਂ ਆਪਣੇ ਕੋਲ ਕੀ ਮਿਲੂਗਾ? CaOMgO ਪਲੱਸ 2 ਮੋਲ ਆਫ ਕਾਰਬਨ ਡਾਈਆਕਸਾਈਡ ਬਾਹਰ ਚਲੇ ਜਾਣਗੇ। ਉਸ ਤੋਂ ਬਾਅਦ ਸੈਕਿੰਡ ਆਪਣੇ ਕੋਲ ਹੈ ਰੋਸਟਿੰਗ। ਰੋਸਟਿੰਗ ਕੀ ਹੁੰਦੀ ਹੈ? ਦੀ ਪ੍ਰੋਸੈਸ ਆਫ ਕਨਵਰਟਿੰਗ ਐਨ ਔਰ ਇਨਟੂ ਇਟਸ ਮੈਟੈਲਿਕ ਆਕਸਾਈਡ। ਮੈਟਲ ਆਕਸਾਈਡ ਦੇ ਵਿੱਚ ਹੀ ਕਨਵਰਟ ਕਰਨਾ ਹੈ, ਬਟ ਬਾਈ ਹੀਟਿੰਗ ਸਟਰੋਂਗਲੀ ਬਿਲੋ ਇਟਸ ਮੈਲਟਿੰਗ ਪੁਆਇੰਟ। ਕਿ ਇਹਨੂੰ ਕੀ ਹੈ, ਬਹੁਤ ਜ਼ਿਆਦਾ ਆਪਾਂ ਮੈਲਟਿੰਗ ਪੁਆਇੰਟ, ਜਿੰਨਾ ਆਪਣੇ ਕੋਲ ਮੈਲਟਿੰਗ ਪੁਆਇੰਟ ਕੱਢ ਦਿੱਤਾ ਹੋਇਆ ਨਾ ਕਿਸੇ ਵੀ ਔਰ ਦਾ, ਉਸ ਤੋਂ ਜ਼ਿਆਦਾ ਮੈਲਟਿੰਗ ਪੁਆਇੰਟ 'ਤੇ ਆਪਾਂ ਇਹਨੂੰ ਹੀਟ ਕਰਾਂਗੇ ਇਨ ਦੀ ਐਕਸੈਸ ਆਫ ਏਅਰ। ਇਹਦੇ ਵਿੱਚ ਕੀ ਹੈ? ਏਅਰ ਆਪਾਂ ਨੂੰ ਬਹੁਤ ਜ਼ਿਆਦਾ ਚਾਹੀਦੀ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਕੀ ਹੈ? ਜ਼ਿੰਕ ਸਲਫਾਈਡ ਦਿੱਤਾ ਹੈ 2 ਮੋਲ ਦਿੱਤੇ ਨੇ ਪਲੱਸ 3 ਆਕਸੀਜਨ 3O2। ਜਦੋਂ ਇਹ ਰਿਐਕਟ ਕਰਵਾਵਾਂਗੇ ਤਾਂ 2ZnO ਮਤਲਬ ਜ਼ਿੰਕ ਆਕਸਾਈਡ ਮਿਲ ਜਾਏਗਾ, ਨਾਲ ਸਲਫਰ ਡਾਈਆਕਸਾਈਡ ਬਾਹਰ ਚਲੀ ਜਾਏਗੀ। ਸੇਮ ਹੀ ਲੈਡ ਸਲਫਾਈਡ ਦਿੱਤਾ ਹੈ, ਆਕਸੀਜਨ ਪਾਵਾਂਗੇ, ਆਕਸੀਜਨ ਮੀਨਸ ਏਅਰ, ਆਪਣੇ ਕੋਲ ਲੈਡ ਆਕਸਾਈਡ ਮਿਲ ਜੂ ਪਲੱਸ ਸਲਫਰ ਡਾਈਆਕਸਾਈਡ ਬਾਹਰ ਚਲ ਜਾਏਗਾ। ਠੀਕ ਹੈ, ਤਾਂ ਆਪਣਾ ਸੈਕਿੰਡ ਮੈਥਡ ਵੀ ਹੋ ਗਿਆ ਆਕਸੀਡੇਸ਼ਨ। ਤਾਂ ਉਸ ਤੋਂ ਬਾਅਦ ਹੈ ਆਪਣੇ ਕੋਲ ਥਰਡ ਕਿ ਰਿਡਕਸ਼ਨ ਕਰਨੀ ਹੈ ਆਪਾਂ, ਕਿਹਦੀ ਕਰਨੀ ਹੈ? ਔਰਸ ਦੀ ਕਰਨੀ ਹੈ। ਠੀਕ ਹੈ, ਮਤਲਬ ਰਿਡਕਸ਼ਨ ਕਿਹਦੀ ਕਰਨੀ ਹੈ? ਮੈਟਲ ਆਕਸਾਈਡ ਦੀ ਕਰਨੀ ਹੈ। ਤਾਂ ਬਣਾਉਣਾ ਕੀ ਹੈ? ਔਰ ਬਣਾਉਣਾ ਇਹਦੇ ਵਿੱਚ। ਠੀਕ ਹੈ, ਤਾਂ ਆਪਾਂ ਆਕਸੀਡੇਸ਼ਨ 'ਚ ਕੀ ਕੀਤਾ ਸੀ? ਔਰ ਦੀ ਆਕਸੀਡੇਸ਼ਨ ਕੀਤੀ ਸੀ ਅਤੇ ਮੈਟਲ ਆਕਸਾਈਡ ਬਣਾਇਆ ਸੀ। ਹੁਣ ਆਪਣੇ ਕੋਲ ਕੀ ਦਿੱਤਾ ਹੋਇਆ ਹੈ? ਮੈਟਲ ਆਕਸਾਈਡ ਦਿੱਤਾ ਹੈ, ਉਹਨੂੰ ਹੀਟ ਕਰਕੇ ਉਹਦੇ 'ਚ ਰੇਜ਼ਨ ਡਾਲ ਕੇ ਆਪਾਂ ਕੀ ਕਰਨਾ ਹੈ? ਔਰ ਬਣਾਉਣਾ। ਠੀਕ ਹੈ, ਔਰ ਰਿਡਕਸ਼ਨ ਨੂੰ ਕੀ ਬੋਲਦੇ ਨੇ? ਇਲੈਕਟ੍ਰੋਨੇਸ਼ਨ ਬੋਲਦੇ ਨੇ। ਔਰ ਜਿਹੜੀ ਆਕਸੀਡੇਸ਼ਨ ਹੈ ਉਹਨੂੰ ਕੀ ਬੋਲਦੇ ਆ? ਡੀ ਇਲੈਕਟ੍ਰੋਨੇਸ਼ਨ ਬੋਲਦੇ ਆ। ਅਤੇ ਰਿਡਕਸ਼ਨ ਦਾ ਨੂੰ ਥਰਮਲ ਰਿਡਕਸ਼ਨ ਵੀ ਕਹਿੰਦੇ ਆ। ਕਿਉਂ? ਕਿਉਂਕਿ ਆਪਾਂ ਇਹਨੂੰ ਕੀ ਹੈ? ਹੀਟ ਕਰਦੇ ਹਾਂ। ਠੀਕ ਹੈ, ਇਹਨੂੰ ਆਪਾਂ ਪਾਇਰੋਮੈਟਲਰਜੀ ਵੀ ਬੋਲਦੇ ਹਾਂ। ਤਾਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਕਿ ਰਿਡਕਸ਼ਨ ਵਿਦ ਕਾਰਬਨ ਐਂਡ ਕਾਰਬਨ ਮੋਨੋਆਕਸਾਈਡ ਆਪਾਂ ਕਰਨੀ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਹੁਣ ਜ਼ਿੰਕ ਆਕਸਾਈਡ ਦਿੱਤਾ ਹੋਇਆ ਹੈ, ਇਹਦੇ 'ਚ ਪਹਿਲਾਂ ਆਪਾਂ ਕਾਰਬਨ ਨਾਲ ਜਦੋਂ ਕਰਾਂਗੇ ਨਾ ਰਿਡਕਸ਼ਨ ਕਰਾਂਗੇ ਤਾਂ ਕਾਰਬਨ ਮੋਨੋਆਕਸਾਈਡ ਮਿਲੂਗੀ ਪਲੱਸ ਜ਼ਿੰਕ ਮੈਟਲ ਮਿਲ ਜਾਏਗੀ। ਠੀਕ ਹੈ, ਇਹਦੇ 'ਚ ਆਪਾਂ ਨੂੰ ਪਿਓਰ ਫੋਰਮ ਵਿੱਚ ਔਰ ਮੈਟਲ ਮਿਲ ਜਾਏਗੀ। ਉਸ ਤੋਂ ਬਾਅਦ ਜਦੋਂ ਆਪਾਂ ਜ਼ਿੰਕ ਆਕਸਾਈਡ ਨੂੰ ਕਾਰਬਨ ਮੋਨੋਆਕਸਾਈਡ ਨਾਲ ਰਿਐਕਟ ਕਰਵਾਵਾਂਗੇ ਤਾਂ ਟੈਂਪਰੇਚਰ ਕੀ ਲੱਗਿਆ? ਹਾਈ। ਠੀਕ ਹੈ, 1600 ਕੈਲਵਿਨ। ਅਤੇ ਨਾਲ ਆਪਾਂ ਨੂੰ ਕੀ ਹੈ? ਜ਼ਿੰਕ ਦੇ ਨਾਲ ਕੀ ਮਿਲੂਗਾ? ਕਾਰਬਨ ਡਾਈਆਕਸਾਈਡ। ਤਾਂ ਜਿੰਨੇ ਵੀ ਮੈਟਲ ਆਕਸਾਈਡ ਨੇ ਜਦੋਂ ਕਾਰਬਨ ਨਾਲ ਰਿਐਕਟ ਕਰਵਾਵਾਂਗੇ ਤਾਂ ਆਪਾਂ ਨੂੰ ਹਮੇਸ਼ਾ ਕਾਰਬਨ ਮੋਨੋਆਕਸਾਈਡ ਹੀ ਮਿਲੇਗੀ। ਪਰ ਜਦੋਂ ਆਪਾਂ ਮੈਟਲ ਆਕਸਾਈਡ ਨੂੰ ਕਾਰਬਨ ਮੋਨੋਆਕਸਾਈਡ ਨਾਲ ਰਿਐਕਟ ਕਰਵਾਵਾਂਗੇ ਤਾਂ ਆਪਾਂ ਨੂੰ ਕੀ ਮਿਲੇਗੀ? ਮੈਟਲ ਦੇ ਨਾਲ ਨਾਲ ਕਾਰਬਨ ਡਾਈਆਕਸਾਈਡ ਮਿਲੇਗੀ। ਬਸ ਇਹੀ ਫਰਕ ਹੈ। ਅਤੇ ਦੂਸਰਾ ਫਰਕ ਕੀ ਹੈ ਕਿ ਕਾਰਬਨ ਨਾਲ ਰਿਐਕਟ ਜਿਹੜਾ ਹੈ ਨੋਰਮਲ ਟੈਂਪਰੇਚਰ 'ਤੇ ਵੀ ਹੋ ਜਾਂਦਾ ਹੈ, ਪਰ ਜਿਹੜੀ ਰਿਐਕਸ਼ਨ ਕਾਰਬਨ ਮੋਨੋਆਕਸਾਈਡ ਨਾਲ ਹੁੰਦੀ ਹੈ ਉਹ ਕਿੱਥੇ ਹੁੰਦੀ ਹੈ? ਐਟ ਹਾਈ ਟੈਂਪਰੇਚਰ 'ਤੇ। ਔਰ ਸੈਕਿੰਡ ਐਗਜ਼ਾਮਪਲ ਆਪਣੇ ਕੋਲ ਕੀ ਦਿੱਤੀ ਹੋਈ ਹੈ ਕਿ ਰਿਡਕਸ਼ਨ ਆਫ ਹਾਈਡਰੋਜਨ ਦੀ ਰਿਡਕਸ਼ਨ ਕਰਨੀ ਹੈ ਆਪਾਂ, ਤਾਂ WO3 ਟੰਗਸਟਨ ਆਕਸਾਈਡ ਦਿੱਤਾ ਹੋਇਆ ਹੈ।
ठीक है। टंगस्टन ऑक्साइड प्लस हाइड्रोजन, ठीक है, मतलब कि हाइड्रोजन की आप रिडक्शन कर रहे हैं, ठीक है, हाइड्रोजन डाल रहे हैं तो यदा मतलब अपने को रिडक्शन ही हो रही है। तो हीट करांगे तो टंगस्टन अपने को अलग हो जाऊगा प्लस वाटर, सेम ही अपने को MO3 प्लस 3H2 ये अपने को की दे देगा MO प्लस वाटर दे मोल्स, ठीक है। और नैक्सट अपना जो मैथड है वो है रिफाइनिंग। ओके, तो रिफाइनिंग का मतलब की होंदा है कि एक इहो जिहा प्रोसैस है जिहदे थ्रू आपां क्रूड मैटल नूं प्यूरीफाई कर सकते हैं, ठीक है। हुण क्रूड मैटल की हुंदी है, क्रूड मैटल का मतलब मैं तुहानूं दस्सिया ही है कि वो वाली मैटल जिहदी एक्सट्रैक्शन आपां ओर तो कर चुके हैं पर वो हजे भी अपने कोल की है इनप्योर फॉर्म दे विच है, उन्होंने की बोलते हैं क्रूड मैटल बोलते हैं। तो मैथड्स हैगे ने हुण रिफाइनिंग दे। सब तो पहला आपां नूं की दिता होया है डिस्टिलेशन। तो डिस्टिलेशन एक इहो जिहा मैथड है उदों यूजफुल हुंदा है जदों अपने कोल बॉइलिंग पॉइंट घट होएगा, ठीक है। तो यूजफुल किहदे लई है, किहदी रिफाइनिंग हुंदी है, जिंक दी, मरकरी दी, ठीक है। तो ये की हुंदा है जो अपने कोल इनप्योर मैटल है वो हो जाती है इवैपोरेट ऑन हीटिंग ऑन बॉइलिंग, ओके, एट लो टैंपरेचर। तो जिहड़ा प्योर फॉर्म दे विच मैटल हुंदी है वो की आपां नूं मिल जाती है एज अ डिस्टिलेट, ठीक है। तो सैकेंड अपने कोल की हैगा लिक्वेशन मैथड। लिक्वेशन प्रोसैस उदों यूजफुल हुंदा है जदों अपने कोल लो मैल्टिंग पॉइंट हुंदा है। लैड लई, बिस्मिथ लई, ये सारे एलीमेंट्स लई इन्हां लई केड़ा मैथड वरतिया जांदा है, लिक्वेशन मैथड। तो ये जो अपने को इनप्योर मैटल है मैल्ट हो जाती है पर प्योर मैटल मैल्ट नहीं होंगी, ठीक है। तो डिस्टिलेशन में इवैपोरेट हो जांदियां ने इंप्योरिटीज़, तो लिक्वेशन दे विच भी अपने को की है मैल्ट हो जांदियां ने इंप्योरिटीज़ और प्योर मैटल मिल जाती है। तो थर्ड अपने को हैगी इलैक्ट्रोलिटिक रिफाइनिंग। इलैक्ट्रोलिटिक का जो अपने को आ जाता है ना कंसैप्ट, तो आपां नूं ये याद रखना पैना भी इलैक्ट्रोलिटिक दे विच इलैक्ट्रोड यूज होंदे ने, एनोड एंड कैथोड, ठीक है। तो ये जो इलैक्ट्रोलिटिक रिफाइनिंग है ये अपने को कॉपर लई जिंक, एलूमीनीयम, सिल्वर, गोल्ड, लैड इन्हां सारिया चीज़ों के लिए वरती जाती है, ठीक है। तो उस तो बाद की है अपने को जो आप ये मैथड यूज़ करांगे जिहड़े इनप्योर मैटल ने वो तो एनोड की तरह एक्ट करनगे, ठीक है। और वो नाल दी आप सेम मैटल लई है वो की एक्ट करेगी कैथोड की तरह। फिर जो आप करंट पास करांगे, ठीक है, तो अपने को प्योर मैटल जिहड़ी है एनोड तो कैथोड वाल चली जाएगी, ठीक है। होया कि जदों आप करंट पास किया, ठीक है, तो देखो कैथोड सी जिहड़ा उहदे ते कौन आके डिपोजिट होएगा, कौन लिबरेट होएगा, मैटल आयनस होणगे जो कि होणगे प्योर फॉर्म दे विच होणगे। पर सेम ही आपां की लियाए इंप्योरिटी लईए ना एज अ एनोड, है ना, एनोड जो लियाए उहदे ते की होएगा मैटल आयनस आके डिजोल्व हो जाएंगे, ठीक है। उहदे उपर जिन्ने भी मैटल लगे होंगे वो सारे डिजोल्व हो जाएंगे। तो रिजल्ट आपां नूं की मिलिया है कि जिन्ने भी एनोड के उपर मैटल जिन्नी भी हैगी सी मैटल आयन वो सारे डिजोल्व हो गए और किहदे ते जाके लिबरेट हो गए, कैथोड के उपर हो गए, ठीक है। तो उस तो बाद अपने को देखो एनोड जो है उहदे ते की हैगा मैटल है, वो मैटल तो मैटल आयनस विच हो गया, मतलब Mn पॉजिटिव प्लस इलैक्ट्रॉन। कैथोड के उपर की हो गया, जिन्ने भी अपने को मैटल आयन सी ना वो जो इलैक्ट्रॉन वो जोड़े आयनस बदले सी इलैक्ट्रॉन लै लेगा, ठीक है। जोड़े मैटल आयनस ने कैथोड के उपर लगे ने वो एनोड के उपर लगी मैटल द्वारा लूज किए गए इलैक्ट्रॉन लै लैणगे, कौन, कैथोड, ठीक है। कैथोड जिहड़ा है वो की करेगा उहदे उपर जिहड़े आयनस लगे ने वो इलैक्ट्रॉन लै लैणगे, क्यों, क्योंकि वो कैथोड जो हुंदा नैगेटिव हुंदा है, इस करके उहदे ते किहड़े आयन आएणगे, पॉजिटिव आएणगे, है ना।
ਤਾਂ ਉਹ ਪੋਜ਼ਿਟਿਵ ਆਇਨ ਕੀ ਕਰਨਗੇ, ਐਨੋਡ ਦੇ ਛੱਡੇ ਹੋਏ ਜਾਂ ਲੂਜ਼ ਕੀਤੇ ਹੋਏ ਇਲੈਕਟ੍ਰੋਨ ਲੈ ਲੈਣਗੇ ਔਰ ਆਪਾਂ ਨੂੰ ਪਿਓਰ ਮੈਟਲ ਦੇ ਦੇਣਗੇ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, 4th ਪੁਆਇੰਟ ਹੈ। 4th ਜੋ ਹੈ ਮੈਥਡ, ਜ਼ੋਨ ਰਿਫਾਈਨਿੰਗ। ਜ਼ੋਨ ਰਿਫਾਈਨਿੰਗ ਨੂੰ ਆਪਾਂ ਫ੍ਰੈਕਸ਼ਨਲ ਕ੍ਰਿਸਟਲਾਈਜੇਸ਼ਨ ਵੀ ਬੋਲਦੇ ਹਾਂ। ਠੀਕ ਹੈ, ਇਟ ਇਜ਼ ਯੂਜ਼ਡ ਫॉर ਪ੍ਰੋਡਿਊਸਿੰਗ ਮੈਟਲ ਐਟ ਵੈਰੀ ਹਾਈ ਪਿਓਰਿਟੀ। ਇਹਦੇ 'ਚ ਆਪਾਂ ਨੂੰ ਜੋ ਮੈਟਲ ਹੈ ਬਹੁਤ ਜ਼ਿਆਦਾ ਪਿਓਰ ਮਿਲਦਾ ਹੈ, ਕੋਈ ਵੀ ਇੰਪਿਓਰਿਟੀ ਨਹੀਂ ਰਹਿ ਜਾਂਦੀ। ਜਿਵੇਂ ਜਰਮੇਨੀਅਮ ਹੋ ਗਿਆ, ਸਿਲੀਕਨ ਹੋ ਗਿਆ, ਬੋਰਨ ਹੋ ਗਿਆ। ਠੀਕ ਹੈ, ਇਹਨਾਂ ਦੀਆਂ ਫੈਮਲੀਜ਼ ਜਿਹੜੀਆਂ ਹੁੰਦੀਆਂ ਨੇ, ਜਿਵੇਂ ਬੋਰਨ ਦੀ ਨੀਚੇ ਫੈਮਲੀ ਹੋ ਗਈ ਨਾ, ਕਾਰਬਨ, ਬੋਰਨ। ਠੀਕ ਹੈ, ਇਸ ਤਰ੍ਹਾਂ। ਤਾਂ ਦਿਸ ਮੈਥਡ is based upon the principle that impurities are soluble in the molten state than solid state of metal। ਕਹਿੰਦੇ ਮੈਟਲ ਦੀ ਸੋਲਿਡ ਸਟੇਟ ਨਾਲੋਂ ਮੋਲਟਨ ਸਟੇਟ ਦੇ ਵਿੱਚ ਜੋ ਹੈ ਇੰਪਿਓਰਿਟੀ ਜ਼ਿਆਦਾ ਸੋਲੇਬਲ ਹੁੰਦੀ ਹੈ। ਮੋਲਟਨ ਸਟੇਟ ਕਿਹੜੀ ਹੁੰਦੀ ਹੈ, ਜਦੋਂ ਆਪਾਂ ਕਰੰਟ ਪਾਸ ਕਰਦੇ ਹਾਂ ਤਾਂ ਫਿਊਜ਼ ਹੋ ਜਾਂਦੀ ਹੈ, ਫਿਊਜ਼ਡ ਸਟੇਟ। ਠੀਕ ਹੈ, ਤਾਂ ਉਸ ਤੋਂ ਬਾਅਦ ਕਹਿੰਦੇ ਵੈਨ ਮੈਟਲ ਆਫ ਇੰਪਿਓਰ ਮੈਟਲ ਕੂਲ, ਜਦੋਂ ਆਪਾਂ ਇੰਪਿਓਰ ਮੈਟਲ ਜੋ ਹੈ ਪਿਘਲੀ ਹੋਈ ਮੈਟਲ ਨੂੰ, ਇੰਪਿਓਰਿਟੀ ਨੂੰ ਠੰਡਾ ਕਰਦੇ ਹਾਂ, ਕੂਲ ਕਰਦੇ ਹਾਂ, ਤਾਂ ਜੋ ਪਿਓਰ ਮੈਟਲ ਹੈ ਉਹ ਕੀ ਹੋਣ ਲੱਗ ਜਾਂਦੀ ਹੈ, ਕ੍ਰਿਸਟਲਾਈਨ, ਕ੍ਰਿਸਟਲ ਬਣਨੇ ਸ਼ੁਰੂ ਹੋ ਜਾਂਦੇ ਉਹਦੇ। ਠੀਕ ਹੈ, ਪਰ ਜੋ ਇੰਪਿਓਰਿਟੀ ਹੁੰਦੀ ਹੈ ਨਾ ਉਹ ਕੀ ਹੈ, ਮੈਲਟ ਦੀ ਮੈਲਟ ਹੀ ਰਹਿੰਦੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣੇ ਕੋਲ ਹੈ ਵੇਪਰ ਫੇਜ਼ ਰਿਫਾਈਨਿੰਗ। ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ, ਜੋ ਆਪਣੇ ਕੋਲ ਕਰੂਡ ਮੈਟਲ ਦਿੱਤੀ ਹੈ ਨਾ, ਆਪਾਂ ਕੀ ਕਰ ਰਹੇ ਹਾਂ, ਕਰੂਡ ਮੈਟਲ ਦੀ ਹੀ ਰਿਫਾਈਨਿੰਗ ਕਰ ਰਹੇ ਹਾਂ ਨਾ, ਉਹਨੂੰ ਪਿਓਰੀਫਾਈ ਕਰਨਾ ਹੈ। ਤਾਂ ਕਰੂਡ ਮੈਟਲ ਤੋਂ ਸਭ ਤੋਂ ਪਹਿਲਾਂ ਕੀ ਬਣੇਗਾ, ਵੋਲੇਟਾਈਲ ਕੰਪਾਊਂਡ ਬਣਨਗੇ। ਜਦੋਂ ਉਹਨੂੰ ਆਪਾਂ ਘੱਟ ਟੈਂਪਰੇਚਰ 'ਤੇ ਹੀਟ ਕਰਾਂਗੇ, ਨਾਲ ਰੇਜੈਂਟ ਪਾਵਾਂਗੇ। ਠੀਕ ਹੈ, ਤਾਂ ਉਹ ਜੋ ਆਪਣੇ ਕੋਲ ਵੋਲੇਟਾਈਲ ਕੰਪਾਊਂਡ ਹੈ ਨਾ, ਉਹ ਕੀ ਹੋਣਾ ਸ਼ੁਰੂ ਹੋ ਜਾਏਗਾ, ਡੀਕੰਪੋਜ਼ ਹੋ ਜਾਏਗਾ। ਠੀਕ ਹੈ, ਜਦੋਂ ਡੀਕੰਪੋਜੀਸ਼ਨ ਹੋਏਗੀ ਉਹਨੂੰ ਐਟ ਹਾਈ ਟੈਂਪਰੇਚਰ 'ਤੇ ਹੀਟ ਕਰਨ ਨਾਲ ਆਪਾਂ ਨੂੰ ਪਿਓਰ ਮੈਟਲ ਮਿਲ ਜਾਏਗੀ। ਓਕੇ, ਤਾਂ ਇਹਦੇ ਵਿੱਚ 2 ਰਿਕੁਆਇਰਮੈਂਟ ਹੁੰਦੀਆਂ ਨੇ ਕਿ ਜੋ ਕਰੂਡ ਮੈਟਲ ਹੈ ਨਾ, ਜੋ ਮੈਟਲ ਹੈ ਉਹ ਵੋਲੇਟਾਈਲ ਕੰਪਾਊਂਡ ਕਿਸੇ ਵੀ ਰੇਜੈਂਟ ਨਾਲ ਰਲ ਕੇ ਜ਼ਰੂਰ ਬਣਾਏ, ਅਦਰਵਾਈਜ਼ ਜੋ ਵੇਪਰ ਫੇਜ਼ ਰਿਫਾਈਨਿੰਗ ਹੈ ਨਹੀਂ ਹੋਏਗੀ। ਤਾਂ ਦੂਸਰੀ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਵੋਲੇਟਾਈਲ ਕੰਪਾਊਂਡ ਜੋ ਹੈ ਈਜ਼ੀਲੀ ਡੀਕੰਪੋਜ਼ ਹੋ ਜਾਣਾ ਚਾਹੀਦਾ ਹੈ, ਅਦਰਵਾਈਜ਼ ਆਪਾਂ ਨੂੰ ਪਿਓਰ ਫੋਮ ਹੀ ਨਹੀਂ ਮਿਲੂਗੀ ਮੈਟਲ ਦੀ, ਹੈ ਨਾ। ਤਾਂ ਆਪਣੇ ਕੋਲ ਲਾਸਟ ਜੋ ਹੈ ਮੈਥਡ ਆਫ ਰਿਫਾਈਨਿੰਗ ਕੀ ਹੈਗਾ, ਕ੍ਰੋਮੈਟੋਗ੍ਰਾਫਿਕ ਮੈਥਡ। ਇਹ ਮੈਥਡ ਜੋ ਹੈ ਅੱਜ ਕੱਲ੍ਹ ਮੋਡਰਨ ਟਾਈਮ 'ਚ ਵਰਤਿਆ ਜਾਂਦਾ, ਇਸ ਕਰਕੇ ਇਹਨੂੰ ਮੋਡਰਨ ਐਂਡ ਵਰਸੇਟਾਈਲ ਮੈਥਡ ਬੋਲਦੇ ਆ। ਇੱਕ ਪ੍ਰਿੰਸੀਪਲ ਹੁੰਦਾ ਹੈ ਜਿਹਦੇ 'ਤੇ ਇਹ ਬੇਸ ਹੁੰਦਾ ਹੈ, ਉਸ ਪ੍ਰਿੰਸੀਪਲ ਦਾ ਕੀ ਡੈਫੀਨੇਸ਼ਨ ਹੈਗੀ ਹੈ, ਉਹ ਇਹ ਹੈ ਕਿ the different component of a mixture are absorbed to different extent on the adsorbent। adsorbent ਕੀ ਹੁੰਦਾ ਹੈ, ਜਿੰਨੇ ਕੀ ਹੋਣਾ ਹੋਵੇ ਐਡਜ਼ਰਬ ਹੋਣਾ ਹੈ। ਠੀਕ ਹੈ, ਕਿਸੇ ਵੀ ਸਰਫੇਸ ਦੇ ਉੱਪਰ। ਤਾਂ ਜਿਵੇਂ ਦੇਖੋ ਆਪਣੇ ਕੋਲੇ ਚਾਰਕੋਲ ਹੁੰਦਾ ਨਾ, ਹੈ ਨਾ, ਤਾਂ ਉਹਦੇ ਵਿੱਚ ਜਦੋਂ ਆਪਾਂ ਉਹ ਰੱਖਦੇ ਹਾਂ ਮੈਗਨੇਟ, ਤਾਂ ਉਹਦੇ ਚਾਰਕੋਲ ਦੇ ਵਿੱਚ ਜਿੰਨਾ ਵੀ ਮੈਗਨੇਟ ਹੁੰਦਾ ਨਾ, ਉਹ ਮੈਗਨੇਟ ਦੇ ਆਪਣੇ ਰੱਖੇ ਹੋਏ ਮੈਗਨੇਟ ਦੇ ਉੱਪਰ ਆ ਕੇ ਚਿਪਕ ਜਾਂਦਾ। ਸੇਮ ਹੀ ਕੀ ਹੁੰਦਾ ਹੈ, ਉਹ ਜਿਹੜਾ ਪਾਊਡਰ ਫੋਮ ਦੇ ਵਿੱਚ ਚਿਪਕਿਆ ਹੋਇਆ ਹੁੰਦਾ ਹੈ ਨਾ, ਉਹਨੂੰ ਬੋਲਦੇ ਨੇ ਐਡਜ਼ੋਰਬੈਂਟ। ਠੀਕ ਹੈ, ਅਤੇ ਸੇਮ ਹੀ ਇਸ ਮੈਥਡ ਦੇ ਵਿੱਚ ਕੀ ਹੈਗਾ ਕਿ ਜਦੋਂ ਆਪਾਂ ਕੋਈ ਰੇਜ਼ੈਂਟ ਡਾਲਾਂਗੇ ਨਾ, ਲਾਈਕ ਸੋਲਿਊਸ਼ਨ ਹੈ, ਉਹਦੇ ਵਿੱਚ ਰੇਜ਼ੈਂਟ ਡਾਲਾਂਗੇ, ਤਾਂ ਜਿਹੜਾ ਸੋਲਿਊਸ਼ਨ ਹੈ ਉਹਦੇ 'ਤੇ ਜਿਹੜੇ ਆਇਨਸ ਆ ਕੇ ਚਿਪਕ ਜਾਣਗੇ, ਹੈ ਨਾ, ਉਹਨੂੰ ਕੀ ਬੋਲਾਂਗੇ ਆਪਾਂ, ਐਡਜ਼ੋਰਬੈਂਟ ਬੋਲਾਂਗੇ। ਤਾਂ ਇਹ ਉਸ ਬੇਸ 'ਤੇ ਹੈਗਾ, ਡਿਪੈਂਡ ਕਰਦਾ। ਤਾਂ ਇਹ ਜੋ ਆਪਣੇ ਕੋਲ ਮੈਥਡ ਹੈ ਇਹ ਇੱਕ ਫਿਜ਼ੀਕਲ ਟੈਕਨੀਕ ਹੈ, ਐਕਸਪੈਰੀਮੈਂਟਲ ਹੈ। ਠੀਕ ਹੈ, ਇਹਦੇ 'ਚ 2 ਫੇਜ਼ ਹੁੰਦੇ ਆ, ਇੱਕ ਹੁੰਦਾ ਸਟੇਸ਼ਨਰੀ ਫੇਜ਼, ਇੱਕ ਹੁੰਦਾ ਮੋਬਾਈਲ ਫੇਜ਼। ਅਤੇ ਸਟੇਸ਼ਨਰੀ ਫੇਜ਼ ਦੇ ਵਿੱਚ ਕੀ ਹੁੰਦਾ ਹੈ, ਇਹ ਜ਼ਿਆਦਾਤਰ ਤਾਂ ਸੋਲਿਡ ਹੁੰਦਾ ਹੈ, ਜਾਂ ਕੀ ਕਹਿ ਸਕਦੇ ਹਾਂ ਸੋਲਿਡ ਦੇ ਉੱਪਰ ਆਪਣੇ ਕੋਲ ਇੱਕ ਲੇਅਰ ਹੁੰਦੀ ਹੈ, ਉਹ ਲੇਅਰ ਜੋ ਹੁੰਦੀ ਹੈ ਉਹ ਲਿਕੁਇਡ ਦੀ ਲੇਅਰ ਹੁੰਦੀ ਹੈ। ਠੀਕ ਹੈ, ਉਹ ਲੇਅਰ ਜੋ ਹੁੰਦੀ ਹੈ ਨਾ, ਲਿਕੁਇਡ ਜਿਹੜਾ ਹੁੰਦਾ ਹੈ ਉਹ ਸੋਲਿਡ ਦੇ ਨਾਲ ਬਿਲਕੁਲ ਫਿਕਸ ਕੀਤਾ ਹੁੰਦਾ ਹੈ।
ਤੇ ਦੂਸਰੇ ਨੰਬਰ 'ਤੇ ਕੀ ਹੈਗਾ, ਮੋਬਾਈਲ ਫੇਜ਼। ਮੋਬਾਈਲ ਫੇਜ਼ ਆਪਣੇ ਕੋਲ ਕੋਈ ਵੀ ਹੋ ਸਕਦਾ, ਗੈਸ ਹੋ ਸਕਦੀ ਹੈ, ਲਿਕੁਇਡ ਹੋ ਸਕਦਾ ਹੈ, ਠੀਕ ਹੈ। ਕੋਈ ਵੀ ਫਲੂਇਡ, ਸੁਪਰ ਕ੍ਰਿਟੀਕਲ ਫਲੂਇਡ ਦਾ ਮਤਲਬ ਕੀ ਹੈਗਾ, ਜਿਵੇਂ ਆਪਣੇ ਕੋਲ ਕਾਰਬਨ ਡਾਈਆਕਸਾਈਡ ਹੈ ਨਾ, ਕਾਰਬਨ ਡਾਈਆਕਸਾਈਡ ਆਪਾਂ ਨੂੰ ਗੈਸ ਫੋਰਮ 'ਚ ਵੀ ਮਿਲ ਜਾਂਦੀ ਹੈ, ਲਿਕੁਇਡ ਵੀ ਮਿਲ ਜਾਂਦੀ ਹੈ, ਔਰ ਆਪਾਂ ਨੂੰ ਇਹ ਸੁਪਰ ਕੂਲ ਕਰਕੇ, ਠੰਡੇ ਤੋਂ ਠੰਡਾ ਜੋ ਹੁੰਦਾ ਹੈ, ਸੁਪਰ ਕੂਲ ਕਰਕੇ ਆਪਾਂ ਇਹਨੂੰ ਸੋਲਿਡ ਫੋਰਮ ਵਿੱਚ ਵੀ ਬਣਾ ਸਕਦੇ ਹਾਂ, ਠੀਕ ਹੈ। ਇਸ ਕਰਕੇ ਕੀ ਕਿਹਾ ਜਾਂਦਾ, ਸੁਪਰ ਕ੍ਰਿਟੀਕਲ ਫਲੂਇਡ ਦੇ ਫੋਰਮ ਦੇ ਵਿੱਚ ਵੀ ਹੁੰਦੇ ਆ, ਕੌਣ, ਮੋਬਾਈਲ ਫੇਜ਼। ਓਕੇ।